पुलिस प्रशासन नूं चाहीदा भी उन्होंने सख्त तो सख्त जिहड़ा केस बनावे तो उन्होंने फांसी की सज़ा होवे। जे प्रशासन नहीं करूगा तो जिहड़ा खालसा पंथ नूं आप भी सज़ा देन जाण। फिर भी अपने जे कोई किते भी घटना हुंदी है उन्होंने ये नहीं देखना चाहिए भी ये मैंटल है जां कोई भी है, वो अपने मैंटल मिनट च ही निकलता है। अपने इहो जे दा तुरत दान महा कल्याण करना चाहिए। अपने जिहड़े इहो जे खच लोग ने, गंदे लोग ने, इन्हां नूं सज़ा सख्त सज़ा होनी चाहिए है, तां ही ये जिहड़े अपने कारनामे जिहड़े इहो जे रोक सकते हैं। तां जे इन्हां तो पंजाब पुलिस जां पंजाब जिहड़ी सरकार है जे नहीं इन्हां तो कोई इन्हां ते निकलते तो सानू भी अपने थोड़ा जिहा टाइम देन। ਇਹਦੀ ਤਹਿ ਤੱਕ ਜਾਣਾ ਚਾਹੀਦਾ ਹੈ ਕਿ ਇਹਦੇ ਪਿੱਛੇ ਸ਼ਕਤੀਆਂ ਕਿਹੜੀਆਂ, ਕਿਉਂਕਿ ਕੋਈ ਨਾ ਕੋਈ ਡੀਪ ਰੂਟਡ ਕਨਸਪੀਰੈਂਸੀ ਹੈ। ਜਦੋਂ ਅਸੀਂ ਇੱਦਾਂ ਦੀ ਦੁਸ਼ਮਣਬਾਜ਼ੀ ਦੀ ਰਾਜਨੀਤੀ ਸ਼ੁਰੂ ਕਰ ਰਹੇ ਹਾਂ ਨਾ, ਉਹਦਾ ਫਾਇਦਾ ਦੁਸ਼ਮਣਾਂ ਨੂੰ ਹੁੰਦਾ। ਇਹ ਸਾਡੇ ਗੁਰੂ ਦੇ ਦੁਸ਼ਮਣ, ਗੁਰੂ ਘਰਾਂ ਦੇ ਦੁਸ਼ਮਣ ਨੇ। ਜਿਹੜੀ ਤਖ਼ਤ ਸ੍ਰੀ ਕੇਸਗੜ੍ਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਘਟਨਾ ਵਾਪਰੀ ਹੈ ਕੱਲ੍ਹ, ਬਹੁਤ ਹੀ ਦੁਖਦਾਈ ਅਤੇ ਨਿੰਦਣਯੋਗ ਹੈ। ਅਤੇ ਉਹ ਜਿਹੜੀ ਘਟਨਾ ਹੈ ਜਿੱਥੇ ਖਾਲਸਾ ਪੰਥ ਦੀ ਸਾਜਨਾ ਹੋਈ, ਗੁਰੂ ਗੋਬਿੰਦ ਸਿੰਘ ਨੇ 1699 ਦੀ ਵਿਸਾਖੀ ਵਾਲੇ ਦਿਨ ਗੁਰਦੁਆਰਾ ਕੇਸਗੜ੍ਹ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਕੀਤੀ। ਉਸੇ ਅਸਥਾਨ 'ਤੇ ਇਹ ਜਿਹੜਾ ਪੰਥ ਦੋਖੀ ਜਿਹੜਾ ਜਿਹਨੇ ਇਹ ਘਟਨਾ ਜਿਹੜੀ ਕੀਤੀ ਅਤੇ ਉਹਦੇ ਮਕਸਦ ਕੀ ਪਤਾ, ਉਹਦਾ ਪਿੱਛੇ ਉਹਦੀ ਕੀ ਆਪਣੇ ਪਲੈਨਿੰਗ ਸੀ ਜਾਂ ਜੋ ਵੀ ਸੀ। ਅਤੇ ਸਤਿਗੁਰਾਂ ਨੇ ਫਿਰ ਵੀ ਬੜੀ ਕਿਰਪਾ ਕੀਤੀ, ਜਿਹੜਾ ਫੜਿਆ ਗਿਆ ਮੌਕੇ 'ਤੇ। ਅਤੇ ਉਹਦੀ ਮੈਂ ਸਮੁੱਚੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ। ਉੱਥੇ ਹੀ ਪੰਜਾਬ ਸਰਕਾਰ ਅਤੇ ਜਿਹੜੀ ਪੰਜਾਬ ਪੁਲਿਸ ਹੈ ਉਹਨੂੰ ਵੀ ਇਹ ਕਹਿੰਦੇ ਆ ਵੀ ਇਹ ਜਿਹੜੇ ਨੇ ਘੱਟੋ ਘੱਟ ਇਹਨਾਂ ਨੂੰ ਮਾਨਸਿਕ ਰੋਗੀ ਨਾ ਕਿਹਾ ਜਾਵੇ। ਇਹ ਇਕੱਠੇ ਜਿੱਥੇ ਜਿੱਥੇ ਵੀ ਕੋਈ ਘਟਨਾ ਹੁੰਦੀ ਹੈ ਉੱਥੇ ਹੀ ਇਹ ਕਿਉਂ ਕਹਿੰਦੇ ਨੇ ਮਾਨਸਿਕ ਰੋਗੀ ਹੈ, ਉਹਨੂੰ ਹੋਰ ਕੋਈ ਜਗ੍ਹਾ ਨਹੀਂ ਲੱਭਦੀ। ਅਤੇ ਇਸ ਕਰਕੇ ਇਹਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਕੇਸ ਇਹੋ ਜਿਹਾ ਹੋਣਾ ਚਾਹੀਦਾ ਹੈ, ਇਹੋ ਜਿਹੇ ਨੂੰ ਗੰਦੇ ਬੰਦੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਅਤੇ ਫਿਰ ਵੀ ਜਿਹੜੇ ਮੈਂ ਸਮੁੱਚੇ ਹੀ ਗੁਰੂ ਨਾਨਕ ਨਾਮਦੇਵਾ ਸੰਗਤਾਂ ਨੂੰ ਬੇਨਤੀ ਕਰਦਾ, ਆਪਾਂ ਸਾਰੇ ਸੁਚੇਤ ਹੋਈਏ। ਜੇ ਸੁਚੇਤ ਸੀ ਸਾਡੇ ਇੱਥੇ ਆਪਣੇ ਜਿਹੜੇ ਸੇਵਾਦਾਰ ਸੀ ਉਹਨਾਂ ਨੇ ਮੌਕੇ 'ਤੇ ਫੜ ਲਿਆ, ਚਲੋ ਬਹੁਤ ਚੰਗੀ ਗੱਲ ਹੋਈ ਹੈ। ਅਤੇ ਹੋਰ ਵੀ ਆਪਾਂ ਤਗੜੇ ਹੋ ਕੇ ਗੁਰੂ ਘਰਾਂ ਦੇ ਜਿਹੜੇ ਪਹਿਰੇ ਸਖਤ ਰੱਖੀਏ, ਤਾਂ ਕਿ ਜਿਹੜੇ ਇਹੋ ਜਿਹੇ ਗੁਰੂ ਦੋਖੀ ਨੇ ਉਹ ਕਦੇ ਵੀ ਕੋਈ ਮਾੜੀ ਘਟਨਾ ਜਿਹੜੀ ਨਾ ਕਰ ਸਕਣ ਅਤੇ ਨਾ ਬੇਅਦਬੀ ਨਾ ਕਰ ਸਕਣ। ਅਤੇ ਹੁਣ ਮੈਂ ਸਮੁੱਚੀਆਂ ਸਮੂਹ ਗੁਰੂ ਨਾਨਕ ਨਾਮਦੇਵਾ ਸੰਗਤਾਂ ਨੂੰ ਫਿਰ ਬੇਨਤੀ ਕਰਦਾ, ਆਪਾਂ ਜਿਹੜਾ ਇਹਦਾ ਪਛਤਾਤਾਪ ਕਰੀਏ ਜਿਹੜੀ ਇਹ ਹੋਈ ਹੈ ਘਟਨਾ। ਅਤੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਜਿਹੜੀ ਹੈ ਇਹਦੀ ਤਹਿ ਤੱਕ ਜਾਵੇ ਵੀ ਇਹਦੇ ਪਿੱਛੇ ਹੈ ਕੌਣ ਹੈ। ਅਤੇ ਜਿਹੜੇ ਵੀ ਸਾਡੇ ਹੋਰ ਭਾਈ ਨੇ ਜਿਹੜੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ, ਆਪਾਂ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਹੈ ਗੁਰੂ ਘਰ ਦੀ ਮਰਿਆਦਾ, ਤਖ਼ਤ ਸਾਹਿਬ ਦੀ ਬਹੁਤ ਵੱਡੀ ਮਰਿਆਦਾ, ਤਖ਼ਤ ਸਾਹਿਬ ਤੋਂ ਜਿੱਥੋਂ ਮਹਾਰਾਜ ਨੇ ਖਾਲਸੇ ਪੰਥ ਦੀ ਸਾਜਨਾ ਕਰਕੇ ਗਊ ਗਰੀਬ ਦੀ ਰੱਖਿਆ ਕੀਤੀ ਅਤੇ ਮਹਾਰਾਜ ਨੇ ਜਿਹੜੇ ਜ਼ੁਲਮਾਂ ਦਾ ਖਾਤਮਾ ਕੀਤਾ, ਜਬਰ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਇੱਥੋਂ ਹੀ ਇਹ ਜਿਹੜੀ ਗੁਰੂ ਦੀ ਲਾਡਲੀ ਫੌਜ ਬਣਾਈ ਸੀ। ਅਸੀਂ ਗੁਰੂ ਘਰ ਦੀ ਜਿਹੜੀ ਮਰਿਆਦਾ ਵਾਸਤੇ ਸਾਰੇ ਸਦਾ ਹੀ ਤਤਪਰ ਹਾਂ। ਜਿੱਥੇ ਕੋਈ ਵੀ ਸਾਡੀ ਜ਼ਰੂਰਤ ਹੈ ਅਤੇ ਆਪਾਂ ਹਰ ਸਮੇਂ ਹਾਜ਼ਰ ਹਾਂ। ਅਤੇ ਨਾਲ ਜਿਹੜੇ ਸਾਡੇ ਹੋਰ ਜਿਹੜੇ ਵੀਰ ਨੇ ਜਿਹੜੇ ਆਪਣੇ ਗੁਰੂ ਘਰ ਦੀ ਮਰਿਆਦਾ ਨੂੰ ਮੁੱਖ ਰੱਖਣ ਅਤੇ ਜਿਹੜੇ ਸਗੋਂ ਸਹਿਯੋਗ ਕਰਨਾ ਚਾਹੀਦਾ ਤਖ਼ਤ ਸਾਹਿਬ ਦੇ ਨਾਲ। ਜਿਹੜੀਆਂ ਕੋਈ ਵੀ ਜਿੱਥੇ ਆਪਾਂ ਕੋਈ ਧਰਨਾ ਲਾਉਣਾ ਜਾਂ ਕੋਈ ਇਹੋ ਜਿਹਾ ਕੰਮ ਕਰਨਾ, ਉਹ ਸਰਕਾਰ ਦੇ ਖਿਲਾਫ ਲਾਉਣੇ ਚਾਹੀਦੇ। ਅਸੀਂ ਵੀ ਉਹਦੇ ਨਾਲ ਉਹਨਾਂ ਦੇ ਨਾਲ ਖੜ੍ਹੇ ਹਰ ਤਰ੍ਹਾਂ। ਇਹੀ ਬੇਨਤੀ ਆਪਾਂ ਸ਼ਾਂਤਮਈ ਤਰੀਕੇ ਦੇ ਨਾਲ ਗੁਰੂ ਘਰ ਦੀ ਮਰਿਆਦਾ ਨੂੰ, ਤਖ਼ਤ ਸਾਹਿਬ ਦੀ ਮਰਿਆਦਾ ਨੂੰ ਮੁੱਖ ਰੱਖੀਏ। ਜੀ ਬਾਬਾ ਜੀ, ਪ੍ਰਸ਼ਾਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਕੰਮ ਜਿਹੜਾ ਬਖੂਬੀ ਸੇਵਾ ਨਿਭਾਈ ਗਈ ਜੀ, ਫੜਿਆ ਗਿਆ ਉਹਦੇ ਵਿੱਚ ਉਹਨਾਂ ਨੇ ਵਧੀਆ ਕੀਤਾ। ਜਿਹੜੇ ਵੀ ਜਵਾਨਾਂ ਨੇ ਉਹਨੂੰ ਫੜਿਆ, ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਜਿਨ੍ਹਾਂ ਨੇ ਫੜਿਆ, ਬਹੁਤ ਚੰਗਾ ਕਦਮ ਹੈ। ਅਤੇ ਉਹਨੂੰ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਵੀ ਉਹਨੂੰ ਸਖਤ ਤੋਂ ਸਖਤ ਜਿਹੜਾ ਕੇਸ ਬਣਾਵੇ ਤਾਂ ਉਹਨੂੰ ਫਾਂਸੀ ਦੀ ਸਜ਼ਾ ਹੋਵੇ। ਇਹੋ ਜਿਹੇ ਜਿਹੜਾ ਗੁਰੂ ਇੱਥੋਂ ਤੱਕ ਜਿਹੜਾ ਉਹ ਬੰਦਾ ਪਹੁੰਚਿਆ ਅਤੇ ਉਹਦੀਆਂ ਡਿਟੇਲਾਂ ਵੇਖਣੀਆਂ ਚਾਹੀਦੀਆਂ ਨੇ, ਪਿੱਛੇ ਇਹਦੇ ਕਿਹਦਾ ਹੱਥ ਹੈ ਉਹਦੀ ਤਹਿ ਤੱਕ ਜਾਣਾ ਚਾਹੀਦਾ। ਜੇ ਪ੍ਰਸ਼ਾਸਨ ਨਹੀਂ ਕਰੂਗਾ ਤਾਂ
ਜਿਹੜਾ ਖਾਲਸਾ ਪੰਥ ਨੂੰ ਆਪ ਵੀ ਸਜ਼ਾ ਦੇਣ ਜਾਣਦਾ ਹੈ। ਮੈਨੂੰ ਲੱਗਦਾ ਕਿ ਸਰਕਾਰ ਜਿਹੜੇ ਬੇਅਦਬੀ ਦੇ ਇਸ਼ੂ ਤੇ ਬਣੀ ਸੀ, ਲੇਕਿਨ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਸਰਕਾਰ ਇਸ ਮੁੱਦੇ ਤੇ ਜਿਹੜੀ ਫੇਲ ਵੀ ਹੋਈ ਹੈ। ਸਰਕਾਰ ਨੂੰ ਚਾਹੀਦਾ ਹੈ ਵੱਧ ਤੋਂ ਵੱਧ ਇਹਦਾ ਆਪਣੇ ਪੁਲਿਸ ਰਿਮਾਂਡ ਲੈ ਕੇ ਤੇ ਇਹਦੀ ਤਹਿ ਤੱਕ ਜਾਣਾ ਚਾਹੀਦਾ ਹੈ, ਹਨਾ। ਬੇਅਦਬੀ ਆਪਣੇ ਜੇ ਕੋਈ ਕਿਤੇ ਵੀ ਘਟਨਾ ਹੁੰਦੀ ਹੈ ਉਹਨੂੰ ਇਹ ਨਹੀਂ ਦੇਖਣਾ ਚਾਹੀਦਾ ਵੀ ਇਹ ਮੈਂਟਲ ਹੈ ਜਾਂ ਕੋਈ ਵੀ ਹੈ, ਉਹਦੀ ਆਪਣੇ ਮੈਂਟਲ ਮਿੰਟ 'ਚ ਹੀ ਨਿਕਲਦਾ ਆਪਣੇ, ਜਦੋਂ ਉਹਦੇ ਪਤਾ ਹੈ ਵੀ ਉਹ ਲੋਕ ਕੇ ਕੈਮਰੇ ਦੇ ਵਿੱਚ ਦਿਸਦਾ, ਉਹ ਪਾਸੇ ਹੋ ਕੇ ਉਹਨੇ ਆਪਣੇ ਜੋ ਵੀ ਉਹ ਧੂੰਆਂ ਕਰ ਰਿਹਾ ਹੈ, ਤੇ ਜੇ ਮੈਂਟਲ ਹੋਵੇ ਤਾਂ ਉਹ ਇਹ ਕੰਮ ਨਹੀਂ ਕਰਦਾ। ਬਾਬਾ ਜੀ ਅੱਜ ਤੱਕ ਇੰਨੀਆਂ ਦਵਾਈਆਂ ਦੀਆਂ ਬੇਅਦਬੀ ਦੀਆਂ ਇਹ ਤਾਂ ਹੁਣ ਹੈ ਨਾ, ਇਹ ਪ੍ਰਸ਼ਾਸਨ ਨੂੰ ਆਪਾਂ ਤੇ ਬੇਨਤੀ ਕਰਦੇ ਹਾਂ, ਇਹੋ ਜਿਹੇ ਦਾ ਤੁਰਤ ਦਾਨ ਮਹਾਂ ਕਲਿਆਣ ਕਰਨਾ ਚਾਹੀਦਾ ਹੈ। ਆਪਣੇ ਜਿਹੜੇ ਇਹੋ ਜਿਹੇ ਖੱਚ ਲੋਕ ਨੇ, ਗੰਦੇ ਲੋਕ ਨੇ, ਇਹਨਾਂ ਨੂੰ ਸਜ਼ਾ ਸਖਤ ਸਜ਼ਾ ਹੋਣੀ ਚਾਹੀਦੀ ਹੈ, ਤਾਂ ਹੀ ਇਹ ਜਿਹੜੇ ਆਪਣੇ ਕਾਰਨਾਮੇ ਜਿਹੜੇ ਇਹੋ ਜਿਹੇ ਰੁਕ ਸਕਦੇ ਨੇ, ਆ ਜਿਹੜੀਆਂ ਬੇਅਦਬੀਆਂ ਰੁਕ ਸਕਦੀਆਂ ਨੇ। ਇਹਨਾਂ ਨੂੰ ਨਾਲ ਦੀ ਨਾਲ ਹੀ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਨੂੰ। ਜਿਵੇਂ ਆਪਾਂ ਟੀਵੀ 'ਚ ਦੇਖਦੇ ਕਈ ਕੰਟਰੀਆਂ 'ਚ ਨਾਲ ਦੀ ਨਾਲ ਹੀ ਸਿਰ ਕਲਮ ਕਰਦੇ ਨੇ, ਇਹਨਾਂ ਦੇ ਵੀ ਉਹ ਹੀ ਹੋਣਾ ਚਾਹੀਦਾ ਹੈ। ਆ ਮਹਾਂਪੁਰਖ ਸਾਰੇ ਆਏ ਨੇ, ਸਾਰੇ ਇਹੀ ਇਹ ਪੂਰੀ ਜਿਹੜੀ ਹੈ ਘੋਰ ਜਿਹੜੀ ਇਹਨਾਂ ਨੇ ਬੇਅਦਬੀ ਦੀ ਕੋਸ਼ਿਸ਼ ਕੀਤੀ ਹੈ, ਤੇ ਸਖਤ ਸ਼ਬਦਾਂ ਦੇ ਵਿੱਚ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਫਿਰ ਮੈਂ ਜਿਹੜੀ ਉਹਦੀ ਨਿਖੇਧੀ ਕਰਦਾ, ਤੇ ਨਾਲ ਜਿਹੜੀ ਹੈ ਇਹ ਵੀ ਬੇਨਤੀ ਕਰਦਾ, ਜੇ ਇਹਨਾਂ ਤੋਂ ਪੰਜਾਬ ਪੁਲਿਸ ਜਾਂ ਪੰਜਾਬ ਜਿਹੜੀ ਸਰਕਾਰ ਹੈ, ਜੇ ਨਹੀਂ ਇਹਨਾਂ ਤੋਂ ਕੋਈ ਇਹਨਾਂ 'ਤੇ ਨਿਕਲਦੇ ਤਾਂ ਸਾਨੂੰ ਵੀ ਆਪਣੇ ਥੋੜ੍ਹਾ ਜਿਹਾ ਟਾਈਮ ਦੇਣ। ਇਹਦੀ ਆਪਣੇ ਜਿਹੜੀ ਹੈ ਪੁੱਛ ਗਿੱਛ ਹੈ ਉਹ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਕਰ ਲੈਂਦੀਆਂ ਨੇ, ਸਾਰੀ ਉਹਦੀ ਤਹਿ ਤੱਕ ਜਾ ਕੇ ਮਿੰਟੋ ਮਿੰਟ ਹੀ ਉਹਦਾ ਨਤਾਰਾ ਕਰ ਲਾਂਗੇ ਕੀ ਹੈ ਕੀ ਹੈ। ਅੱਗੇ ਤੋਂ ਬੇਅਦਬੀਆਂ ਰੁਕ ਜਾਣਗੀਆਂ ਸਾਰੀਆਂ ਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਜੀ ਜੋ ਕੱਲ੍ਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੰਦਭਾਗੀ ਅਤੇ ਨਿੰਦਣਯੋਗ ਜੋ ਘਟਨਾ ਵਾਪਰੀ ਹੈ, ਅੱਜ ਉਸ ਦੇ ਸੰਬੰਧ ਵਿੱਚ ਸਮੂਹ ਨਿਰਮਲ ਸੰਤ ਸਮਾਜ ਇਕੱਤਰ ਹੋ ਕਰ ਸਾਡੇ ਅਤੀ ਸਤਿਕਾਰਯੋਗ ਸੰਤ ਬਾਬਾ ਹਰਦੇਵ ਸਿੰਘ ਜੀ ਤਲਵੰਡੀ ਰਾਈਆਂ, ਸੰਤ ਬਾਬਾ ਬਲਵੀਰ ਸਿੰਘ ਜੀ ਹਰਿਆਣਾ, ਸੰਤ ਬਾਬਾ ਮੱਖਣ ਸਿੰਘ ਜੀ ਟੂਟੋ ਮਜਾਰਾ, ਸੰਤ ਬਾਬਾ ਹਰਮੀਤ ਸਿੰਘ ਜੀ ਬਾਹੋਵਾਲ, ਸੰਤ ਬਾਬਾ ਗੁਰਵਿੰਦਰ ਸਿੰਘ ਜੀ ਹਜ਼ਾਰਾ, ਸੰਤ ਬਾਬਾ ਜਸਪਾਲ ਸਿੰਘ ਜੀ ਜਲੰਧਰ, ਸੰਤ ਬਾਬਾ ਜਗੀਰ ਸਿੰਘ ਜੀ ਮਾਲਪੁਰ, ਸੰਤ ਹਰਮਨਜੀਤ ਸਿੰਘ ਜੀ ਸਿੰਗੜੀ ਵਾਲਾ। ਇਸ ਸਮੂਹ ਨਿਰਮਲ ਸੰਤ ਸਮਾਜ ਇਸ ਘਟਨਾ ਦੀ ਨਿੰਦਿਆ ਕਰਨ ਵਾਸਤੇ ਪੁਰਜ਼ੋਰ ਨਿੰਦਿਆ ਕਰਦਾ ਤੇ ਵਿਰੋਧ ਕਰਦਾ ਹੈ। ਇਹੋ ਜਿਹੇ ਸ਼ਰਾਰਤੀ ਜੋ ਅਨਸਰ ਹਨ, ਉਹਨਾਂ ਨੂੰ ਅਸੀਂ ਇਹ ਬੇਨਤੀ ਕਰਦੇ ਨਿਰਮਲਾ ਸੰਤ ਸਮਾਜ ਵੱਲੋਂ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਘੋਖਿਆ ਜਾਵੇ, ਇਹਨਾਂ ਦੀ ਪੜਤਾਲ ਪੁੱਛਗਿੱਛ ਕੀਤੀ ਜਾਵੇ ਕਿ ਜੋ ਵੀ ਹੈ ਉਹ ਨਿਰਮਲ ਸੰਤ ਸਮਾਜ ਇਸ ਗੱਲ ਦੀ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਹੈ ਕਿ ਇਹਦੇ ਖਿਲਾਫ ਜੋ ਵੀ ਮਤਲਬ ਵਿਰੋਧ ਵੱਧ ਤੋਂ ਵੱਧ ਇਹਨੂੰ ਸਜ਼ਾ ਮਿਲ ਸਕਦੀ ਹੈ ਉਹ ਸਜ਼ਾ ਦਿੱਤੀ ਜਾਵੇ। ਅਗਰ ਜੇ ਨਹੀਂ ਤਾਂ ਅਸੀਂ ਸਿੰਘ ਸਾਹਿਬ ਜਥੇਦਾਰ ਰਘਵੀਰ ਸਿੰਘ ਜੀ ਦੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਜਾਊਗਾ। ਨਿਰਮਲ ਸੰਤ ਸਮਾਜ ਇਹਦੇ ਬਾਰੇ ਕੀ ਕਰ ਸਕਦਾ ਕੀ ਨਹੀਂ ਕਰ ਸਕਦਾ, ਇਸ ਬਾਰੇ ਅਸੀਂ ਵਿਚਾਰ ਕਰਾਂਗੇ। ਜਿੰਨੀ ਦੇਰ ਪ੍ਰਸ਼ਾਸਨ ਇਹਦੇ ਬਾਰੇ ਕੋਈ ਸਟੈਪ ਨਹੀਂ ਚੁੱਕਦਾ ਉਨੀ ਦੇਰ ਅਸੀਂ ਸ਼ਾਂਤ ਰਹਾਂਗੇ, ਚੁੱਪ ਰਹਾਂਗੇ। ਉਸ ਤੋਂ ਬਾਅਦ ਜੇ ਪ੍ਰਸ਼ਾਸਨ ਨੇ ਕੋਈ ਇਨਸਾਫ ਨਾ ਦਿੱਤਾ ਜਾਂ ਪ੍ਰਸ਼ਾਸਨ ਉਹਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਫਿਰ ਨਿਰਮਲ ਸੰਤ ਸਮਾਜ ਤੇ ਸ਼੍ਰੋਮਣੀ ਕਮੇਟੀ ਤੇ ਨਾਲ ਰਘਵੀਰ ਸਿੰਘ ਜੀ ਜਥੇਦਾਰ ਸਾਹਿਬ, ਅਕਾਲ ਤਖਤ ਸਾਹਿਬ ਦੇ ਜਥੇਦਾਰ, ਉਹਨਾਂ ਦੇ ਨਾਲ ਬੈਠ ਕੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਅਤੇ ਨਿਰਮਲ ਸੰਤ ਸਮਾਜ ਇਕੱਤਰ ਹੋ ਕੇ ਸਾਰੇ ਹੀ ਅਸੀਂ ਇਸ ਗੱਲ ਦੀ ਵਿਰੋਧ ਕਰਾਂਗੇ। ਜੋ ਵੀ ਸਾਨੂੰ ਕਰਨਾ ਪਵੇਗਾ ਅਸੀਂ ਉਹ ਕਰਾਂਗੇ ਅਤੇ ਇਸ ਦੇ ਪੁਰਜ਼ੋਰ ਨਿੰਦਿਆ ਕੀਤੀ ਜਾਂਦੀ ਹੈ ਕਿ ਪ੍ਰਸ਼ਾਸਨ ਇਹਦੇ ਖਿਲਾਫ ਜਿੰਨੀ ਵੀ ਵੱਧ ਤੋਂ ਵੱਧ ਸਜ਼ਾ ਦੇ ਸਕਦਾ ਹੈ ਉਹ ਸਜ਼ਾ ਦੇਵੇ। ਕੱਲ੍ਹ ਜੋ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਅੰਮ੍ਰਿਤ ਵੇਲੇ ਘਟਨਾ ਵਾਪਰੀ ਸੀ ਔਰ ਉਸ ਦੁਸ਼ਟ ਦੋਸ਼ੀ ਨੂੰ ਮੌਕੇ ਤੇ ਸੇਵਾਦਾਰਾਂ ਨੇ ਫੜ ਕੇ ਤੇ ਪੁਲਿਸ ਦੇ ਹਵਾਲੇ ਵੀ ਕੀਤਾ। ਉਹਦੇ ਸਬੰਧ ਵਿੱਚ ਅੱਜ ਨਿਹੰਗ ਸਿੰਘ ਜਥੇਬੰਦੀਆਂ ਔਰ ਨਿਰਮਲ ਸੰਪਰਦਾਇ ਦੇ ਮਹਾਂਪੁਰਸ਼ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਪਹੁੰਚੇ, ਜਿੱਥੇ ਉਹਨਾਂ ਨੇ ਇਸ ਘਟਨਾ ਦੀ ਬਹੁਤ ਕਰੜੀ ਨਿੰਦਾ ਕੀਤੀ ਹੈ। ਉੱਥੇ ਸਮੁੱਚੇ ਪੰਥ ਨੇ ਇਕਜੁੱਟਤਾ ਦਾ ਪ੍ਰਗਟਾਵਾ ਵੀ ਕੀਤਾ ਔਰ ਪ੍ਰਸ਼ਾਸਨ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਪ੍ਰਸ਼ਾਸਨ ਜਲਦੀ ਤੋਂ ਜਲਦੀ ਇਸ ਘਟਨਾ ਦੇ ਦੋਸ਼ੀ ਨੂੰ ਅੰਜਾਮ ਤੱਕ ਲੈ ਕੇ ਜਾਵੇ ਕਿ ਇਹਨਾਂ ਦੋਸ਼ੀਆਂ ਦੇ ਪਿੱਛੇ ਜਿਹੜੇ ਇਹ ਦੋਸ਼ ਕਰਦੇ ਨੇ, ਗਲਤੀਆਂ ਕਰਦੇ ਨੇ, ਇਹਨਾਂ ਦੇ ਪਿੱਛੇ ਕਿਹੜੀਆਂ-ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ
ਔਰ ਉਹਨਾਂ ਨੇ ਸਮੁੱਚੇ ਪ੍ਰਬੰਧਾਂ ਤੇ ਵੀ ਜਿਹੜੀ ਤਸੱਲੀ ਪ੍ਰਗਟ ਕੀਤੀ ਕਿ ਕਿਸੇ ਪ੍ਰਕਾਰ ਦੀ ਪ੍ਰਬੰਧਾਂ ਦੇ ਵਿੱਚ ਕੋਈ ਵੀ ਕਮੀ ਨਹੀਂ ਸੀ। ਇਸੇ ਕਰਕੇ ਦੋਸ਼ੀ ਨੂੰ ਫੜ ਕੇ ਤੇ ਪੁਲਿਸ ਦੇ ਹਵਾਲੇ ਜਿਹੜਾ ਸੀ ਮੌਕੇ ਤੇ ਕੀਤਾ ਗਿਆ ਹੈ। ਦੇਖੋ ਕੱਲ ਜਿਹੜੀ ਘਟਨਾ ਹੋਈ ਹੈ ਬਹੁਤ ਹੀ ਮੰਦਭਾਗੀ ਹੈ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਉੱਤੇ ਅੰਮ੍ਰਿਤ ਵੇਲੇ ਇੱਕ ਬਹੁਤ ਹੀ ਸ਼ਰਾਰਤੀ ਅਨਸਰ ਨੇ ਜੋ ਉੱਥੇ ਜਿਹੜੀ ਹੈ ਸਿਗਰਟ ਜਲਾ ਕੇ ਔਰ ਉਹਦਾ ਧੂੰਆਂ ਮਾਰ ਕੇ ਕੀਰਤਨੀ ਸਿੰਘਾਂ ਦੇ ਉੱਤੇ ਗੰਦੀ ਹਰਕਤ ਕੀਤੀ ਹੈ, ਉਹਦੀ ਮੈਂ ਸਖਤ ਲਫ਼ਜ਼ਾਂ ਦੇ ਵਿੱਚ ਨਿਖੇਧੀ ਕਰਦਾ ਔਰ ਪੰਜਾਬ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਇਸ ਸਾਰੀ ਘਟਨਾ ਦੀ ਤਹਿ ਤੱਕ ਜਾ ਕੇ ਜਾਂਚ ਹੋਣੀ ਚਾਹੀਦੀ ਹੈ ਕਿ ਇਹਦੇ ਪਿੱਛੇ ਕਿਹੜੀਆਂ ਸ਼ਕਤੀਆਂ ਜਿਹੜੀਆਂ ਗੁਰੂ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਮਾੜੇ ਕਰਮ ਕਰਨ ਵਾਸਤੇ ਇਹਨਾਂ ਲੋਕਾਂ ਨੂੰ ਜਿਹੜਾ ਉਤੇਜਿਤ ਕਰਦਾ। ਕਿਉਂਕਿ ਜਿਸ ਤਰ੍ਹਾਂ ਦਾ ਟਾਈਮ ਹੈ ਸਵੇਰੇ 3 ਵਜੇ ਦੇ ਕਰੀਬ ਜੋ ਮੈਨੂੰ ਦੱਸਿਆ ਗਿਆ ਔਰ ਜਿੰਨਾ ਲੰਬਾ ਸਮਾਂ ਉੱਥੇ ਬੈਠਾ ਰਿਹਾ ਔਰ ਜਿਸ ਤਰੀਕੇ ਉਹਨੇ ਸਾਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ, ਉਹਦੇ ਤੇ ਕਈ ਤਰ੍ਹਾਂ ਦੇ ਸ਼ੱਕ ਸ਼ੁਬੇ ਜਿਹੜੇ ਆ ਉਹ ਖੜੇ ਹੁੰਦੇ। ਇਸ ਕਰਕੇ ਬਹੁਤ ਗੰਭੀਰਤਾ ਦੇ ਨਾਲ ਲੈਣ ਵਾਲੀ ਗੱਲ ਹੈ ਕਿਉਂਕਿ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ ਇਹ ਦੁਨੀਆ ਭਰ ਦੇ ਵਿੱਚ ਬੈਠੇ ਜਿਹੜੇ ਸਿੱਖ ਆ ਉਹਨਾਂ ਦੇ ਦਿਲ ਦੇ ਉੱਤੇ ਸੱਟ ਮਾਰਦੀ। ਇਸ ਕਰਕੇ ਰਾਤੀ ਵੀ ਮੇਰੀ ਐਸਐਸਪੀ ਸਾਹਿਬ ਨਾਲ ਗੱਲ ਹੋਈ ਸੀ, ਅੱਜ ਸਵੇਰੇ ਵੀ ਹੋਈ ਸੀ, ਹੁਣ ਵੀ ਮੈਂ ਸਿੰਘ ਸਾਹਿਬ ਦੀ ਹਾਜ਼ਰੀ 'ਚ ਬੜੇ ਵਿਸਤਾਰ ਦੇ ਵਿੱਚ ਉਹਨਾਂ ਨਾਲ ਗੱਲ ਕੀਤੀ ਹੈ ਕਿ ਇਹਦੀ ਤਹਿ ਤੱਕ ਜਾਣਾ ਚਾਹੀਦਾ ਹੈ ਕਿ ਇਹਦੇ ਪਿੱਛੇ ਸ਼ਕਤੀਆਂ ਕਿਹੜੀਆਂ, ਕਿਉਂਕਿ ਕੋਈ ਨਾ ਕੋਈ ਡੀਪ ਰੂਟਡ ਕਨਸਪੀਰੈਂਸੀ ਹੈ। ਕਿਉਂਕਿ ਇਕੱਲਾ ਇਹ ਕਹਿ ਕੇ ਕਿ ਮੂਰਖ ਬੰਦਾ ਇਸ ਗੱਲ ਨੂੰ ਅਸੀਂ ਪਾਸੇ ਨਹੀਂ ਕਰ ਸਕਦੇ। ਇੰਨੀ ਦੂਰ ਤੋਂ ਆਇਆ, ਚੰਗੀ ਭਲੀ ਉਹਦੇ ਕੋਲੇ ਨਵੀਂ ਗੱਡੀ ਹੈ, ਇੰਨੇ ਇਸ ਟਾਈਮ 'ਤੇ ਆਇਆ, ਇੰਨੀ ਜਗ੍ਹਾ ਬੈਠਣ ਤੋਂ ਬਾਅਦ ਉਹਨੇ ਸਾਰੀ ਘਟਨਾ ਕੀਤੀ ਹੈ ਤੇ ਕਿਤੇ ਨਾ ਕਿਤੇ ਪ੍ਰੀ ਪਲੈਨਡ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਉਹ ਸ਼ੰਕਾ ਉਹਦੇ 'ਤੇ ਖੜੀ ਹੁੰਦੀ। ਇਸ ਕਰਕੇ ਮੇਰੀ ਇੱਕੋ ਹੀ ਮੰਗ ਹੈ ਕਿ ਇਹਦੀ ਤਹਿ ਤੱਕ ਜਾ ਕੇ ਕਿਵੇਂ ਘਟਨਾ ਹੋਈ, ਇਹਦੇ ਪਿੱਛੇ ਕੋਈ ਕਿਹੜੀ ਸ਼ਕਤੀ ਹੈ, ਸਾਰੀਆਂ ਗੱਲਾਂ ਦਾ ਖੁਲਾਸਾ ਜਿਹੜਾ ਉਹ ਪੁਲਿਸ ਨੂੰ ਵੀ ਤੇ ਸਰਕਾਰ ਨੂੰ ਵੀ ਕਰਨਾ ਚਾਹੀਦਾ। ਰਚਨ ਵਾਲਿਆਂ ਨੂੰ ਹਰਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ। ਜਦੋਂ ਅਸੀਂ ਇੱਦਾਂ ਦੀ ਦੁਸ਼ਮਣਬਾਜ਼ੀ ਦੀ ਰਾਜਨੀਤੀ ਸ਼ੁਰੂ ਕਰ ਲੈਂਦੇ ਹਾਂ ਨਾ, ਉਹਦਾ ਫਾਇਦਾ ਦੁਸ਼ਮਣਾਂ ਨੂੰ ਹੁੰਦਾ। ਇਹ ਸਾਡੇ ਗੁਰੂ ਦੇ ਦੁਸ਼ਮਣ ਨੇ, ਗੁਰੂ ਘਰਾਂ ਦੇ ਦੁਸ਼ਮਣ ਨੇ ਤੇ ਅਸੀਂ ਜਿਹੜੀਆਂ ਛੋਟੀਆਂ ਗੱਲਾਂ 'ਚ ਪੈ ਜਾਂਦੇ ਹਾਂ ਉਹਦੇ ਨਾਲ ਇਹਨਾਂ ਲੋਕਾਂ ਨੂੰ ਲਾਭ ਹੁੰਦਾ। ਇਸ ਕਰਕੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਗੁਜ਼ਾਰਿਸ਼ ਹੈ ਕਿ ਇਹ ਸਮੇਂ ਰਾਜਨੀਤੀ ਦੇ ਨਹੀਂ ਹੁੰਦੇ, ਰਾਜਨੀਤੀ ਤੇ ਹੋਰ ਬੜੀਆਂ ਗੱਲਾਂ ਹੁੰਦੀਆਂ। ਐਜੀਪੀਸੀ ਦੀ ਆਲੋਚਨਾ ਕਰਨੀ ਹੈ ਸਾਰਾ ਦਿਨ ਕਰੋ, ਕੋਈ ਗੱਲ ਨਹੀਂ, ਉਹਨਾਂ ਦੇ ਪ੍ਰਬੰਧ, ਪਰ ਹਰ ਗੱਲ ਨੂੰ ਇਸ ਤਰੀਕੇ ਜੋੜ ਲੈਣਾ। ਗੁਰੂ ਘਰ 'ਚ ਕੋਈ ਆਉਂਦਾ, ਹੁਣ ਤੁਸੀਂ ਜਾਂਦੇ ਹੋ, ਮੈਂ ਜਾਂਦਾ, ਲੱਖਾਂ ਲੋਕੀ ਹੋਰ ਆਉਂਦੇ ਆ, ਕਿਹੜੇ ਕੋਈ ਕਿਸੇ ਦੀ ਗੁਰੂ ਘਰ 'ਚ ਤਲਾਸ਼ੀ ਲਈ ਜਾਂਦੇ? ਕੋਈ ਬੈਠਾ ਕਿਸ ਨੀਤ ਨਾਲ ਬੈਠਾ ਇਕੱਲਾ ਬੰਦਾ ਉੱਠ ਕੇ ਜਿਹੜਾ ਕੋਈ ਕਿਤੇ ਕੁਝ ਕਰ ਦੇਵੇ ਤੇ ਉਸ ਬੰਦੇ ਦੇ ਉੱਤੇ ਦੋਸ਼ ਜਾਂ ਉਸ ਬੰਦੇ ਨੂੰ ਭੇਜਣ ਵਾਲੇ ਦੇ ਉੱਤੇ ਆਪਾਂ ਨੂੰ ਦੋਸ਼ ਦੇਣਾ ਚਾਹੀਦਾ। ਇਸ ਕਰਕੇ ਮੈਂ ਸਮਝਦਾ ਕਿ ਜਿਹੜੇ ਸੇਵਾਦਾਰ ਮੌਕੇ ਤੇ ਖੜੇ ਸੀ ਉਹਨਾਂ ਨੇ ਉਸ ਵੇਲੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਕਿ ਉਹਨੂੰ ਤੁਰੰਤ ਫੜ ਕੇ ਤੇ ਪੁਲਿਸ ਨੂੰ ਹਵਾਲੇ ਕੀਤਾ। ਦੇਖੋ ਧਾਰਾਂ ਲਾਉਣੀਆਂ ਜਿਹੜਾ ਨਾ ਇਹ ਪੁਲਿਸ ਦਾ ਕੰਮ ਹੈ। ਮੈਂ ਵਕੀਲ ਤਾਂ ਹੈ ਨਹੀਂ ਕਿ ਮੈਂ ਕਹਿੰਦਾ ਕਿ ਇਹ ਧਾਰਾ ਲੱਗੇਗੀ ਉਹ ਧਾਰਾ ਲੱਗੇਗੀ। ਜੁਰਮ ਗੰਭੀਰ ਹੈ, ਜੁਰਮ ਦੇ ਮੁਤਾਬਕ ਜੋ ਸਖਤ ਤੋਂ ਸਖਤ ਧਾਰਾ ਲੱਗ ਸਕਦੀ ਹੈ ਲਾਉਣੀ ਚਾਹੀਦੀ। ਇਸ ਕਰਕੇ ਇਹ ਤਾਂ ਲੀਗਲ ਪੁਆਇੰਟ ਹੈ ਕਿਉਂਕਿ ਇਹ ਪੁਲਿਸ ਨੇ ਦੇਖਣਾ ਹੁੰਦਾ। ਮੇਰਾ ਤਾਂ ਇਹ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ, ਲੋਕਾਂ ਦੀ ਸੰਤੁਸ਼ਟੀ ਤਾਂ ਹੁੰਦੀ। ਸਰਕਾਰ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਤੁਸੀਂ ਸੰਤੁਸ਼ਟ ਹੈ ਜੀ? ਤੇ ਜੋ ਸਰਕਾਰ ਵਾਲੀ ਸਪੀਕਰ ਸਾਹਿਬ ਦਾ ਵੀ ਸਟੇਟਮੈਂਟ ਆਈ ਕੱਲ੍ਹ ਵੀ ਅਸੀਂ ਹਦਾਇਤ ਕਰਤੀ ਡੀਸੀ ਰੋਪੜ ਨੂੰ, ਸਰਕਾਰ ਦੀ ਦੇਖੋ ਹਾਲੇ ਤੇ ਕਿਉਂਕਿ ਕੱਲ੍ਹ ਦੀ ਇੰਸੀਡੈਂਟ ਹੈ, ਅਸੀਂ ਸਮਾਂ ਦੇਣਾ ਚਾਹਾਂਗੇ ਕਿ ਇਨਵੈਸਟੀਗੇਸ਼ਨ ਨੂੰ। ਮੈਂ ਤਾਂ ਇਸੇ ਕਰਕੇ ਅਸੀਂ ਵਾਰ-ਵਾਰ ਜਿਹੜੇ ਜ਼ਿਲ੍ਹੇ ਦੇ ਮੁਖੀ ਨੂੰ ਪੁੱਛ ਰਹੇ ਹਾਂ ਔਰ ਆਪਣਾ ਕੰਸਰਨ ਵੀ ਸ਼ੋਅ ਕਰ ਰਹੇ ਹਾਂ ਕਿ ਗੰਭੀਰ ਮਸਲਾ ਹੈ ਤੇ ਸਾਰਿਆਂ ਦੀ ਚਿੰਤਾ ਵੀ ਜ਼ਾਹਰ ਕਰ ਰਹੇ ਹਾਂ। ਪਰ ਕਿਉਂਕਿ ਹੁਣ 4 ਦਿਨ ਦਾ ਪੁਲਿਸ ਰਿਮਾਂਡ ਹੈ, ਇਸੇ ਵਾਸਤੇ ਹੀ ਹੈ ਕਿ ਤਹਿ ਤੱਕ ਜਾਓ ਇਹਦੀ, ਜਿੱਥੇ ਜਿੱਥੇ ਗਿਆ ਕੌਣ ਹੈ, ਇਹਦੀ ਸਾਰੇ ਕਾਲ ਰਿਕਾਰਡ, ਇਹਦੇ ਕੰਟੈਕਟਸ, ਇਹਦੀ ਪਾਸਟ ਹਿਸਟਰੀ, ਸਾਰਾ ਕੁਝ ਜਿਹੜਾ ਇਹਨੂੰ ਟ੍ਰੇਸ ਕਰੋ। ਇਸ ਕਰਕੇ ਕੁਦਰਤੀ ਗੱਲ ਹੈ, ਉਹਨਾਂ ਨੂੰ ਸਮਾਂ ਚਾਹੀਦਾ ਹੁੰਦਾ, ਪਰ ਸਾਡੀ ਹੈ ਕਿ ਛੇਤੀ ਤੋਂ ਛੇਤੀ ਜਿਹੜੀ ਹੈਗੀ ਆ ਇਹਦੇ ਤੇ ਇਨਵੈਸਟੀਗੇਸ਼ਨ। ਗੱਲ ਇਹ ਹੈ ਕਿ ਗੱਲ ਇਕੱਲੀਆਂ ਧਰਾਵਾਂ ਦੀ ਨਹੀਂ, ਪਹਿਲੀ ਤਾਂ ਗੱਲ ਹੈ ਕਿ ਸੱਚਾਈ ਇਹਦੀ ਨਿਕਲਣੀ ਚਾਹੀਦੀ। ਬੜੀ ਖਤਰਨਾਕ ਘਟਨਾ ਹੈ,
ਇਹ ਘਟਨਾ ਜਿਹੜੀ ਹੈ ਇਹਦੇ ਤੇ ਬਹੁਤ ਵੱਡਾ ਕਿਸੇ ਵੇਲੇ ਨੁਕਸਾਨ ਵੀ ਹੋ ਸਕਦਾ। ਧਾਰਮਿਕ ਭਾਵਨਾਵਾਂ ਜਦੋਂ ਹਰਟ ਹੁੰਦੀਆਂ ਉਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਇਹਨਾਂ ਤੇ ਕੋਈ ਕੇਸ ਦਰਜ ਕਰਦੇ ਹਾਂ ਨਾਲ ਹੀ ਲੈਣੀਆਂ ਚਾਹੀਦੀਆਂ, ਕਿਉਂਕਿ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੁੰਦੀ। ਕਿਉਂਕਿ ਸਾਡਾ ਸਭ ਤੋਂ ਵੱਡਾ ਜਿਹੜਾ ਖਾਲਸਾ ਪੰਥ ਦਾ ਜਨਮ ਸਥਾਨ ਤਖਤ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਪਣਾ ਸਾਜਿਆ ਹੋਇਆ, ਤੇ ਉੱਥੇ ਆ ਕੇ ਇਹੋ ਜਿਹੀ ਕੋਈ ਘਟਨਾ ਕਰੇ ਤੇ ਉਹਦਾ ਕੁਦਰਤੀ ਗੱਲ ਹੈ ਕਿ ਬਹੁਤ ਉਹਦੇ ਨਾਲ ਜਿਹੜੀ ਹੈ ਸਾਰੇ ਹੀ ਸਿੱਖ ਭਾਵੇਂ ਦੁਨੀਆ 'ਚ ਕਿਤੇ ਵੀ ਬੈਠਾ ਹੋਵੇ ਉਹਦੇ ਮਨ ਦੇ ਵਿੱਚ ਬਹੁਤ ਇਸ ਗੱਲ ਦੀ ਜਿਹੜੀ ਹੈਗੀ ਹੈ ਸੱਟ ਵੱਜਦੀ। ਇੱਕ ਸਰ ਜਿਹੜੇ